NDP ਤੇ ਲਿਬਰਲਸ ਇਹਨਾਂ ਦੋਨਾਂ ਨੇ ਇੱਕ ਐਗਰੀਮੈਂਟ ਕੀਤਾ। ਉਹ ਐਗਰੀਮੈਂਟ ਦੇ ਤਹਿਤ ਹੁਣ 2025 ਤੱਕ ਸਰਕਾਰ ਚੱਲੇਗੀ ਤੇ ਬਜਟ ਦੇ ਵਿੱਚ ਜਿਹੜਾ ਹੈ ਵੋਟ ਜਿਹੜੀ ਹੈ ਉਹ NDP ਲਿਬਰਲ ਸਰਕਾਰ ਨੂੰ ਦੇਵੇਗੀ ਤੇ ਅੱਗੇ ਜਾ ਕੇ ਜਿਹੜੀਆਂ ਨੇ ਚੋਣਾਂ ਦਾ ਜਿਹੜਾ ਖਤਰਾ ਸੀ ਉਹ ਉੱਠ ਗਿਆ ਤੇ ਹੁਣ ਰਲ ਮਿਲ ਕੇ ਜਿਹੜੀ ਸਰਕਾਰ ਚਲਾਈ ਜਾਵੇਗੀ। ਇਸ ਯੂਕਰੇਨ ਦੇ ਵਿੱਚ ਅਜਿਹਾ ਹੋ ਰਿਹਾ ਕਿ ਹਾਲਾਤ ਉੱਥੇ ਬਹੁਤ ਜ਼ਿਆਦਾ ਵੱਧ ਤੋਂ ਬੱਤਰ ਹੋ ਰਹੇ ਨੇ। ਅਜੇ ਵੀ ਗੋਲੀਬਾਰੀ ਹੋ ਰਹੀ ਹੈ ਉੱਥੇ ਵੀ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕੈਨੇਡਾ ਜਿਹੜਾ ਉਹ ਅੱਗੇ ਆ ਕੇ ਹੈਲਪ ਕਰ ਰਿਹਾ। ਹੁਣ ਪ੍ਰਧਾਨ ਮੰਤਰੀ ਵੀ G7 ਦੇ ਜਿਹੜੇ ਸਾਰੇ ਪ੍ਰਧਾਨ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਨੇਟੋ ਦੇ ਨਾਲ ਗੱਲਬਾਤ ਹੋ ਰਹੀ ਹੈ, ਹਥਿਆਰ ਪਹੁੰਚਾਏ ਜਾ ਰਹੇ ਨੇ। ਜਿਹੜੀ ਡੈਮੋਕ੍ਰੇਸੀ ਹੈਗੀ ਆ ਇਹ ਮੁੱਢਲਾ ਹੱਕ ਹੈਗਾ ਇਨਸਾਨ ਦਾ। ਤੇ ਜਦੋਂ ਰਸ਼ੀਆ ਨੂੰ ਦੇਖਦੇ ਆ ਉਹਨਾਂ ਨੇ ਜਿਹੜਾ ਹੈਗਾ ਇਹ ਅਟੈਕ ਕੀਤਾ ਹੈਗਾ, ਇਹ ਯੂਕਰੇਨ ਦੀ ਜਿਹੜੀ ਡੈਮੋਕ੍ਰੇਸੀ ਉਸ 'ਤੇ ਅਟੈਕ ਹੈਗਾ। ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਨਾਂ ਨੇ ਇੱਕ ਐਸੀ ਲੀਡਰਸ਼ਿਪ ਦਿਖਾਈ ਹੈ ਜਿਹੜੀ ਜਿਹਦਾ ਮੈਨੂੰ ਬੜਾ ਮਾਣ ਆ ਤੇ ਮੈਨੂੰ ਲੱਗਦਾ ਕਿ ਹੋਰ ਵੀ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਅਣ ਐਲਾਨੇ ਉਪ ਪ੍ਰਧਾਨ ਮੰਤਰੀ ਬਣਾ ਦਿੱਤੇ ਗਏ ਆ ਜਗਮੀਤ ਸਿੰਘ, ਪਰ ਅਗਲੀ 2025 ਤੱਕ ਰਲ ਮਿਲ ਕੇ ਸਰਕਾਰ ਬਣਾਈ ਜਾਵੇਗੀ। ਪਰ NDP ਜਿਹੜੀ ਆ ਉਹ ਕਹਿੰਦੀ ਹੈ ਕਿ ਜੇ ਕਿਤੇ ਸਾਡੇ ਗੱਲ ਤੋਂ ਇੱਧਰ ਉੱਧਰ ਹੋਏ ਜਾਂ ਸਾਡੀ ਗੱਲ ਨਹੀਂ ਮੰਨੀ ਤਾਂ ਹੋ ਸਕਦਾ ਕਿ ਅਸੀਂ ਜਿਹੜਾ ਉਹ ਆਪਣਾ ਵੋਟ ਨਾ ਦਈਏ ਤੇ ਹੋ ਸਕਦਾ ਕਿ ਇਲੈਕਸ਼ਨ ਕਾਲ ਹੋ ਜੇ। ਲੋਕਾਂ ਨੇ, ਚਾਹੇ ਉਹ ਕੈਨੇਡੀਅਨ ਲੋਕ ਸੀਗੇ, ਚਾਹੇ ਆਪੋਜੀਸ਼ਨ ਪਾਰਟੀ ਸੀਗੀਆਂ, ਚਾਹੇ ਉਹ ਸੂਬੇ ਸੀ, ਅਸੀਂ ਰਲ ਕੇ ਕੰਮ ਕੀਤਾ ਸਾਰਿਆਂ ਨੇ। ਤੇ ਕੀ ਉਹਦੇ ਵਿੱਚੋਂ ਅਚੀਵ ਹੋਇਆ? ਅਸੀਂ ਇੱਕ ਦੇਸ਼ ਜਿਹੜਾ ਸਾਡਾ ਸੀ ਅਸੀਂ ਬਚੇ ਰਹੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ TV। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਤੇ ਅੱਜ ਅਸੀਂ ਖਾਸ ਮੁਲਾਕਾਤ ਦੇ ਲਈ ਪਹੁੰਚੇ ਹਾਂ MP ਸੁਖ ਧਾਲੀਵਾਲ ਦੇ ਆਫਿਸ। ਉਹਨਾਂ ਤੋਂ ਬਹੁਤ ਸਾਰੀ ਇਨਫੋਰਮੇਸ਼ਨ ਲੈਣੀ ਹੈ, ਖਾਸ ਕਰਕੇ ਯੂਕਰੇਨ ਤੋਂ ਜਿਹੜੇ ਲੋਕ ਇੱਥੇ ਆ ਰਹੇ ਨੇ ਉਹਨਾਂ ਦੇ ਬਾਰੇ। ਦੂਜੇ ਪਾਸੇ ਮਹਿੰਗਾਈ ਕੈਨੇਡਾ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ, ਉਸ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਹੈ, ਸਰਕਾਰ ਲੋਕਾਂ ਦੇ ਲਈ ਕੀ ਕਰ ਰਹੀ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। NDP ਤੇ ਲਿਬਰਲਸ ਇਹਨਾਂ ਦੋਨਾਂ ਨੇ ਇੱਕ ਐਗਰੀਮੈਂਟ ਕੀਤਾ। ਉਹ ਐਗਰੀਮੈਂਟ ਦੇ ਤਹਿਤ ਹੁਣ 2025 ਤੱਕ ਸਰਕਾਰ ਚੱਲੇਗੀ ਤੇ ਬਜਟ ਦੇ ਵਿੱਚ ਜਿਹੜਾ ਹੈ ਵੋਟ ਜਿਹੜੀ ਹੈ ਉਹ NDP ਲਿਬਰਲ ਸਰਕਾਰ ਨੂੰ ਦੇਵੇਗੀ ਤੇ ਅੱਗੇ ਜਾ ਕੇ ਜਿਹੜੀਆਂ ਨੇ ਚੋਣਾਂ ਦਾ ਜਿਹੜਾ ਖਤਰਾ ਸੀ ਉਹ ਉੱਠ ਗਿਆ ਤੇ ਹੁਣ ਰਲ ਮਿਲ ਕੇ ਜਿਹੜੀ ਸਰਕਾਰ ਚਲਾਈ ਜਾਵੇਗੀ। ਇਸ ਤੇ ਮਿਸਟਰ ਧਾਲੀਵਾਲ ਦਾ ਕੀ ਕਹਿਣਾ, ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਇਹਨਾਂ ਦੀ ਕੌਂਸਟੀਚੁਐਂਸੀ ਦੇ ਵਿੱਚ ਕੀ ਕੁਝ ਹੋ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਇਹ ਹੁਣ ਐਜ਼ ਅ ਮੇਅਰ ਰਨ ਕਰਨਗੇ। ਕੀ ਰਨ ਕਰਨਗੇ, ਕਿਸ ਤਰ੍ਹਾਂ ਦਾ ਵਿਜ਼ਨ ਹੋਏਗਾ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਆਓ ਸਵਾਗਤ ਕਰ ਲੈਂਦੇ ਹਾਂ MP ਸੁਖ ਧਾਲੀਵਾਲ ਦਾ। ਧਾਲੀਵਾਲ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਅਰਸ਼ਦੀਪ, ਮੇਰੇ ਵੱਲੋਂ ਤੁਹਾਨੂੰ ਔਰ ਸਾਂਝਾ TV ਦੇ ਸਮੂਹ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਤੇ ਬਹੁਤ-ਬਹੁਤ ਸਤਿਕਾਰ ਜੀ। ਧਾਲੀਵਾਲ ਸਾਹਿਬ, ਤੁਸੀਂ ਪਾਰਲੀਮੈਂਟ ਦੇ ਵਿੱਚ ਹੁਣ ਵੀ ਜਾ ਕੇ ਆਏ ਆ, ਉੱਥੇ ਸੈਸ਼ਨ ਹੋਇਆ ਸੀ, ਉੱਥੇ ਜਾ ਕੇ ਤੁਸੀਂ ਯੂਕਰੇਨ ਦੇ ਬਾਰੇ ਵੀ ਗੱਲਬਾਤ ਕੀਤੀ ਹੈ। ਪਹਿਲਾਂ 2 ਹਫ਼ਤੇ ਪਹਿਲਾਂ ਵੀ ਤੁਹਾਡੀ ਜਿਹੜੀ ਸਟੇਟਮੈਂਟ ਸਾਹਮਣੇ ਆਈ ਸੀ। ਯੂਕਰੇਨ ਦੇ ਵਿੱਚ ਅਜਿਹਾ ਹੋ ਰਿਹਾ ਕਿ ਹਾਲਾਤ ਉੱਥੇ ਬਹੁਤ ਜ਼ਿਆਦਾ ਵੱਧ ਤੋਂ ਬੱਤਰ ਹੋ ਰਹੇ ਨੇ। ਅਜੇ ਵੀ ਗੋਲੀਬਾਰੀ ਹੋ ਰਹੀ ਹੈ ਉੱਥੇ ਵੀ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕੈਨੇਡਾ ਜਿਹੜਾ ਉਹ ਅੱਗੇ ਆ ਕੇ ਹੈਲਪ ਕਰ ਰਿਹਾ। ਹੁਣ ਪ੍ਰਧਾਨ ਮੰਤਰੀ ਵੀ G7 ਦੇ ਜਿਹੜੇ ਸਾਰੇ ਪ੍ਰਧਾਨ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਨੇਟੋ ਦੇ ਨਾਲ ਗੱਲਬਾਤ ਹੋ ਰਹੀ ਹੈ, ਹਥਿਆਰ ਪਹੁੰਚਾਏ ਜਾ ਰਹੇ ਨੇ। ਹੁਣ ਇੱਥੇ ਇਮੀਗ੍ਰੇਸ਼ਨ ਵੀ ਦਿੱਤੀ ਜਾ ਰਹੀ ਹੈ। ਤੁਹਾਡਾ ਕੀ ਪੱਖ ਹੈ ਜੀ? ਸਰੀ ਨਿਊਟਨ ਦੇ ਵਿੱਚ ਵੀ ਕਈ ਲੋਕ ਜਿਹੜੇ ਆਉਣਗੇ, ਰਹਿਣਗੇ, ਉਹਨਾਂ ਦੇ ਲਈ ਅੱਗੇ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੋਵੇਗੀ? ਦੇਖੋ, ਸਾਨੂੰ ਪਹਿਲਾਂ ਤਾਂ ਤੁਸੀਂ ਜਿਹੜਾ ਟੌਪਿਕ ਰੇਜ਼ ਕੀਤਾ ਇਹ ਬਹੁਤ ਵਧੀਆ, ਕਿਉਂਕਿ ਅੱਜ ਅਸੀਂ ਇੱਕ ਉਸ ਦੇਸ਼ 'ਚ ਰਹਿ ਰਹੇ ਹਾਂ ਜਿਹੜਾ ਡੈਮੋਕ੍ਰੈਟਿਕ ਦੇਸ਼ ਹੈਗਾ। ਜਿਹੜੀ ਡੈਮੋਕ੍ਰੇਸੀ ਹੈਗੀ ਆ ਇਹ ਮੁੱਢਲਾ ਹੱਕ ਹੈਗਾ ਇਨਸਾਨ ਦਾ। ਤੇ ਜਦੋਂ ਰਸ਼ੀਆ ਨੂੰ ਦੇਖਦੇ ਆ ਉਹਨਾਂ ਨੇ ਜਿਹੜਾ ਹੈਗਾ ਇਹ ਅਟੈਕ ਕੀਤਾ ਹੈਗਾ, ਇਹ ਯੂਕਰੇਨ ਦੀ ਜਿਹੜੀ ਡੈਮੋਕ੍ਰੇਸੀ ਉਸ 'ਤੇ ਅਟੈਕ ਹੈਗਾ। ਸਧਾਰਨ ਲੋਕ, ਆਮ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਦੇ ਉੱਤੇ ਅਟੈਕ ਹੈਗਾ। ਔਰ ਇੰਟਰਨੈਸ਼ਨਲ ਲਾਅ ਦੇ ਉੱਤੇ ਵੀ ਜਿਹੜਾ ਅਟੈਕ ਹੈਗਾ। ਇਹ ਬਹੁਤ ਘਿਨਾਉਣੀ ਹਰਕਤ ਜਿਹੜੀ ਪੁਟਿਨ ਨੇ ਕੀਤੀ ਹੈਗੀ ਆ। ਔਰ ਇਹਦਾ ਵਿਰੋਧ ਜਿਹੜਾ ਹੈਗਾ ਪ੍ਰਧਾਨ ਮੰਤਰੀ ਜਸਟਨ ਟਰੂਡੋ, ਸਾਡੀ ਲਿਬਰਲ ਸਰਕਾਰ ਤੇ ਸਾਰੀਆਂ ਹੀ ਆਪੋਜੀਸ਼ਨ ਪਾਰਟੀਜ਼, ਜਿਹਦੇ ਵਿੱਚ ਕੰਜ਼ਰਵੇਟਿਵ ਬਲਾਕ, NDP, ਸਾਰੇ ਜਿਹੜੇ ਨੇ ਇਸ ਚੀਜ਼ ਦੀ ਜਿਹੜੀ ਹੈ ਪੁਟਿਨ ਦੀ ਮੁਖਾਲਫਤ ਜਿਹੜੀ ਆ ਉਹ ਕਰ ਰਹੇ ਆ। ਔਰ ਜੋ ਬਣਦੀ ਸਹਾਇਤਾ ਹੈਗੀ ਆ ਯੂਕਰੇਨ ਦੇ ਲੋਕਾਂ ਨੂੰ ਉਹ ਅਸੀਂ ਪ੍ਰੋਵਾਈਡ ਕਰਦੇ, ਚਾਹੇ ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਆ ਹਥਿਆਰਾਂ ਦੀ ਗੱਲ ਕਰ ਲਈਏ, ਚਾਹੇ ਉਹ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਏਡ ਜਿਹੜੀ ਹੈਗੀ ਆ ਉਹ ਦੇਣ ਦੀ ਗੱਲ ਕਰ ਲਈਏ, ਚਾਹੇ ਉਹਨਾਂ ਨੂੰ ਇੱਥੇ ਜੀ ਆਇਆਂ ਕਹਿਣ ਦੀ ਗੱਲ ਕਰ ਲਈਏ। ਕਿਉਂਕਿ ਯੂਕਰੇਨ ਦੇ ਲੋਕ ਜਿਹੜੇ ਨੇ ਉਹ ਬਾਹਲਾ ਇੱਥੇ ਰਹਿਣਾ ਵੀ ਨਹੀਂ ਚਾਹੁੰਦੇ। ਤੁਸੀਂ ਮੇਰੀ ਕੰਸਟੀਚੁਐਂਸੀ ਦੀ ਗੱਲ ਕੀਤੀ, ਮੇਰੀ ਕੰਸਟੀਚੁਐਂਸੀ 'ਚੋਂ ਵੀ ਆਏ ਹਾਈਲੀ ਐਜੂਕੇਟਡ ਪ੍ਰੋਫੈਸਰਸ ਹੈਗੇ ਜਿਹੜੇ ਉਹ ਇੱਥੇ ਆਉਣਾ, ਉਹ ਸਿਰਫ ਟੈਂਪਰੇਰੀ ਸ਼ਰਨ ਲੈਣੀ ਚਾਹੁੰਦੇ ਆ ਤਾਂ ਕਿ ਜਦੋਂ ਉੱਥੇ ਹਾਲਾਤ ਠੀਕ ਹੋ ਜਾਣ ਤਾਂ ਉਹ ਵਾਪਸ ਜਿਹੜਾ ਉਹ ਜਾ ਸਕਣ। ਸੋ ਕੈਨੇਡਾ ਨੇ
ਬਹੁਤ ਵਧੀਆ ਰੋਲ ਇਹਦੇ ਵਿੱਚ, ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇੱਕ ਐਸੀ ਲੀਡਰਸ਼ਿਪ ਦਿਖਾਈ ਹੈ ਜਿਹੜੀ ਜਿਹਦਾ ਮੈਨੂੰ ਬੜਾ ਮਾਣ ਆ, ਅਤੇ ਮੈਨੂੰ ਲੱਗਦਾ ਕਿ ਹੋਰ ਵੀ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ ਕਿ ਇਹ ਜਿਹੜਾ ਕੰਮ ਸੀ ਸ਼ੁਰੂ। ਜੀ ਬਿਲਕੁਲ, ਜਿਹੜੇ ਲੋਕ ਇੱਥੇ ਆਉਣਗੇ, ਇੱਥੇ ਆ ਕੇ ਜਿਹੜੇ ਰਹਿਣਗੇ ਜਾਂ ਕੋਈ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਜਾਣਗੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਹੈਂਡਲ ਕੀਤਾ ਜਾਣਾ, ਕਿਉਂਕਿ BC ਵਾਲਿਆਂ ਨੇ ਹਜੇ ਨਹੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰੋਵਿੰਸ਼ੀਅਲ ਦੇ ਤੌਰ ਦੇ ਉੱਤੇ ਕੀ ਉਹਨਾਂ ਨੂੰ ਏਡ ਦਿੱਤੀ ਜਾਣੀ ਹੈ, ਕੀ ਮਦਦ ਦਿੱਤੀ ਜਾਣੀ ਹੈ, ਮੰਥਲੀ ਏਡ ਕਿਸ ਤਰ੍ਹਾਂ ਦਿੱਤੀ ਜਾਣੀ ਹੈ, ਕਿ ਅਜੇ ਸਰਕਾਰ ਜਿਹੜੀ ਫੈਡਰਲ ਸਰਕਾਰ ਆ ਉਹ ਵੀ ਅਜੇ ਇਸ ਦੇ ਉੱਤੇ ਵਿਚਾਰ ਵਿਮਰਸ਼ ਕਰ ਰਹੀ ਹੈ। ਦੇਖੋ, ਅਸੀਂ ਆਲਰੇਡੀ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਅੱਛਾ ਜੀ। ਕਿਉਂਕਿ ਮੈਂ ਤੁਹਾਨੂੰ ਪਤਾ ਕਿ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਕਮੇਟੀ 'ਤੇ ਬੈਨਾ ਹੈਗਾ, ਔਰ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਸਪੈਸ਼ਲ ਕਮੇਟੀ ਉਹਨੂੰ ਚੇਅਰ ਕਰ ਰਿਹਾ, ਕਿਉਂਕਿ ਜਿਹੜੇ ਮਸਲੇ ਹੈਗੇ ਨਾ, ਕਿਉਂਕਿ ਜਦੋਂ ਇਹ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਜਿਹੜਾ ਹੈਗਾ ਇਹ ਵਨਰੇਬਲ ਲੋਕ ਜਿਨ੍ਹਾਂ 'ਤੇ ਇਹ ਅਟੈਕ, ਉਹਨਾਂ ਨੂੰ ਐਟਲੀਸਟ ਕਿਉਂਕਿ ਇੱਥੇ ਲਿਆਂਦਾ ਜਾਵੇ ਜਲਦੀ ਤੋਂ ਜਲਦੀ। ਉਹਦੇ ਵਿੱਚ ਬਹੁਤ ਸਾਰੇ, ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਹਾਂ, ਜੇ ਉਹ ਰਿਫਿਊਜ ਲੈਣਾ ਚਾਹੁੰਦੇ ਨੇ ਜਾਂ ਉਹ ਪਰਮਾਨੈਂਟ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਆ, ਉਹਦੀ ਪ੍ਰੋਸੈਸ ਹੈਗੀ, ਪਰ ਇਸ ਵੇਲੇ ਅਸੀਂ ਉਹਨਾਂ ਨੂੰ ਖੁੱਲ੍ਹੇ ਤੌਰ 'ਤੇ ਜਿਹੜਾ ਹੈਗਾ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਆ, ਔਰ ਉਹਦੇ ਵਿੱਚੋਂ 10,000 ਦੇ ਕਰੀਬ ਯੂਕਰੇਨੀਅਨ ਜਿਹੜੇ ਆ ਉਹ ਇੱਥੇ ਪਹੁੰਚ ਚੁੱਕੇ ਆ। ਤਾਲੀਵਾਲ ਸਾਹਿਬ, ਹੁਣ ਨਵੀਂ ਜਿਹੜੀ ਅਨਾਊਂਸਮੈਂਟ ਹੋਈ ਹੈ ਲਿਬਰਲਸ ਦੇ ਵੱਲੋਂ ਕਿ NDP ਦੇ ਨਾਲ ਐਗਰੀਮੈਂਟ ਕਰ ਲਿਆ ਗਿਆ ਹੈ ਕਿ ਜਿਹੜਾ ਰਲ ਮਿਲ ਕੇ ਸਰਕਾਰ ਜਿਹੜੀ ਚਲਾਈ ਜਾਣੀ ਹੈ। ਐਲਾਨੇ ਉਪ ਪ੍ਰਧਾਨ ਮੰਤਰੀ ਬਣਾ ਦਿੱਤੇ ਗਏ ਆ ਜਗਮੀਤ ਸਿੰਘ, ਪਰ ਅਗਲੀ 2025 ਤੱਕ ਰਲ ਮਿਲ ਕੇ ਸਰਕਾਰ ਬਣਾਈ ਜਾਵੇਗੀ। ਪਰ NDP ਜਿਹੜੀ ਆ ਉਹ ਕਹਿੰਦੀ ਹੈ ਕਿ ਜੇ ਕਿਤੇ ਸਾਡੇ ਗੱਲ ਤੋਂ ਇੱਧਰ ਉੱਧਰ ਹੋਏ ਜਾਂ ਸਾਡੀ ਗੱਲ ਨਹੀਂ ਮੰਨੀ ਤਾਂ ਹੋ ਸਕਦਾ ਕਿ ਅਸੀਂ ਜਿਹੜਾ ਉਹ ਆਪਣਾ ਵੋਟ ਨਾ ਦਈਏ, ਤੇ ਹੋ ਸਕਦਾ ਕਿ ਇਲੈਕਸ਼ਨ ਕਾਲ ਹੋ ਜੇ। ਹੁਣ ਅਸੀਂ ਇਸ ਸਥਿਤੀ ਦੇ ਵਿੱਚ ਤਾਂ ਨਹੀਂ ਕਿ ਇਲੈਕਸ਼ਨ ਦੁਬਾਰਾ ਕਾਲ ਕੀਤੀ ਜਾਵੇ। ਅਸੀਂ ਇਕੋਨਮੀ ਵੱਲੋਂ ਦੇਖ ਲਈਏ, ਉੱਦਾਂ ਲੋਕਾਂ ਵੱਲੋਂ ਵੀ ਦੇਖ ਲਈਏ, 2025 ਤੱਕ ਜੇ ਰਲ ਮਿਲ ਕੇ ਸਰਕਾਰ ਵੀ ਚਲਾਈ ਜਾਂਦੀ ਹੈ, ਤੁਹਾਡਾ ਕੀ ਪੱਖ ਹੈ ਇਹਦੇ ਉੱਤੇ ਜਿਹੜਾ ਐਗਰੀਮੈਂਟ ਹੋਇਆ NDP ਵੱਲੋਂ ਤੇ ਲਿਬਰਲਸ ਦੇ ਵੱਲੋਂ? ਦੇਖੋ, ਸਾਰਿਆਂ ਨੂੰ ਪਹਿਲਾਂ ਤਾਂ ਮੈਂ ਡਿਸਐਗਰੀ ਕਰਦਾ ਇੱਕ ਚੀਜ਼ 'ਤੇ, ਐਗਰੀਮੈਂਟ 'ਤੇ ਮੈਂ ਐਗਰੀ ਕਰਦਾ ਮੈਂ, ਔਰ ਡਿਸਐਗਰੀ ਕਰਦਾ ਕਿ ਅਨਲਾਣੇ ਪ੍ਰਧਾਨ ਮੰਤਰੀ ਜਿਹੜੇ ਆ ਡਿਪਟੀ ਪ੍ਰਾਈਮ ਮਿਨਿਸਟਰ ਆ, ਉਹ ਬਿਲਕੁਲ ਨਹੀਂ। ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਉਹ ਕ੍ਰਿਸਟੀਆ ਫਰੀਲੈਂਡ ਹੀ ਆ ਔਰ ਲਿਬਰਲ ਪਾਰਟੀ ਦੇ ਆ। ਕੋਈ ਐਸੀ ਸੰਧੀ ਨਹੀਂ ਜਿੱਥੇ ਅਸੀਂ ਉਹਨਾਂ ਨੂੰ ਪਾਰਟ ਆਫ ਦੀ ਗਵਰਨਮੈਂਟ ਜਿਹੜਾ ਉਹ ਬਣਾਇਆ। ਔਰ ਦੂਸਰੀ ਗੱਲ ਇਹ ਹੈਗੀ ਕਿ ਤੁਸੀਂ ਦੇਖਿਆ ਪਿੱਛੇ ਇਲੈਕਸ਼ਨ ਹੋ ਕੇ ਹਟਿਆ ਸਪਟੈਂਬਰ ਦੇ ਵਿੱਚ, ਉਹਦੇ ਵਿੱਚ ਲੋਕਾਂ ਨੇ ਮਿਨੋਰਟੀ ਮੈਂਡੇਟ ਜਿਹੜਾ ਸੀ ਉਹ ਸਾਨੂੰ ਦਿੱਤਾ। ਉਹਦੇ ਵਿੱਚ ਬਹੁਤ ਸਾਰੇ ਮਸਲੇ ਸੀਗੇ ਜਿਹੜੇ ਅਸੀਂ ਇਸ਼ੂ ਲੋਕਾਂ ਦੇ ਮੂਹਰੇ ਲੈ ਕੇ ਵੀ ਅਸੀਂ ਜਿਹੜੇ ਨੇ ਅਚੀਵ ਕਰਨੇ ਆ, ਠੀਕ ਹੈ ਨਾ। ਕੋਵਿਡ ਦੇ ਦੌਰਾਨ ਕੀ ਹੋਇਆ, ਲੋਕਾਂ ਨੇ, ਚਾਹੇ ਉਹ ਕੈਨੇਡੀਅਨ ਲੋਕ ਸੀਗੇ, ਚਾਹੇ ਅਪੋਜੀਸ਼ਨ ਪਾਰਟੀ ਸੀਗੀਆਂ, ਚਾਹੇ ਉਹ ਸੂਬੇ ਸੀ, ਅਸੀਂ ਰਲ ਕੇ ਕੰਮ ਕੀਤਾ ਸਾਰਿਆਂ ਨੇ, ਅਤੇ ਕੀ ਉਹਦੇ ਵਿੱਚੋਂ ਅਚੀਵ ਹੋਇਆ? ਅਸੀਂ ਇੱਕ ਦੇਸ਼ ਜਿਹੜਾ ਸਾਡਾ ਸੀ ਅਸੀਂ ਬਚੇ ਰਹੇ, ਠੀਕ ਹੈ ਨਾ। ਕੋਵਿਡ ਦੇ ਦੌਰਾਨ ਜਿਹੜਾ ਸੀ ਅਸੀਂ, ਸਾਡਾ ਪੱਠਾ ਨਹੀਂ ਬੈਠਾ, ਪੋਜ਼ੀਟਿਵ ਅਸਰ ਹੋਇਆ ਨਾ ਉਹਦਾ। ਅਤੇ ਅੱਜ ਵੀ ਜਿਹੜਾ ਲੋਕ ਇਹ ਕਹਿੰਦੇ ਨੇ, ਲੋਕਾਂ ਨੇ ਜਦੋਂ ਫਤਵਾ ਦਿੱਤਾ ਵੀ ਤੁਸੀਂ ਭਾਈ ਰਲ ਕੇ ਕੰਮ ਕਰੋ, ਕੋਈ ਮਾੜੀ ਗੱਲ ਨਹੀਂ, ਉਹਦੇ ਵਿੱਚ NDP ਦੇ ਬਹੁਤ ਸਾਰੀਆਂ ਜਿਹੜੀਆਂ ਕੋਰ ਵੈਲਿਊਜ਼ ਜਿਹੜੀਆਂ NDP ਦੀਆਂ ਨਾ, ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨਾਲ ਸਹਿਮਤ ਹੋਵਾਂਗੇ, ਅਸੀਂ ਕਹਿੰਦੇ ਵੀ ਉਹ ਪਰਸੂ ਕਰਨ ਆਪਣੀਆਂ ਐਜ਼ ਇੰਡੀਪੈਂਡੈਂਟ। ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਜਿਹੜੀਆਂ, ਪਰ ਦੋ ਚੀਜ਼ਾਂ, ਜਿੱਥੇ ਸਪਲਾਈ ਦਾ ਇਸ਼ੂ ਹੈਗਾ ਔਰ ਕੌਨਫੀਡੈਂਸ ਮੋਸ਼ਨ ਦੀ ਗੱਲ ਆ, ਉਹ ਜਿੱਥੇ ਕੌਨਫੀਡੈਂਸ ਮੋਸ਼ਨ ਹੋਊਗਾ ਉਹ NDP ਨੇ ਕਿਹਾ ਵੀ ਅਸੀਂ ਤੁਹਾਡੀ ਸਪੋਰਟ ਕਰਾਂਗੇ, ਔਰ ਉਹਦੇ ਵਿੱਚ ਨਾ ਹੀ ਉਹ ਨੌਨ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੇ, ਨਾ ਹੀ ਜੇ ਨੌਨ ਕੌਨਫੀਡੈਂਸ ਮੋਸ਼ਨ ਦੂਜੀਆਂ ਪਾਰਟੀਆਂ ਲੈ ਕੇ ਆਉਂਦੀਆਂ ਉਹਦਾ ਉਹ ਸਪੋਰਟ ਕਰਾਂਗੇ। ਸੋ ਇਹਦਾ ਮਤਲਬ ਇਹ ਹੋਇਆ ਕਿ ਇੱਕ ਪ੍ਰੈਡਿਕਟੇਬਿਲਿਟੀ ਜਿਹੜੀ ਹੋ ਗਈ ਵੀ 2025 ਥਾਈਂ ਜਿਹੜਾ ਹੈਗਾ ਇਹ ਹੁਣ ਸਰਕਾਰ ਜਿਹੜੀ ਆ ਉਹ ਚੱਲੂਗੀ। 4 ਬਜਟ ਜਿਹੜੇ ਨੇ ਉਹਨਾਂ ਨੂੰ NDP ਸਪੋਰਟ ਕਰੂਗੀ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਇਸ਼ੂਜ਼ ਨੇ ਉਹ NDP ਅਤੇ ਲਿਬਰਲ 'ਚ ਬੜੇ ਸਾਂਝੇ ਨੇ। ਹੈਲਥ ਕੇਅਰ ਦੀ ਗੱਲ ਕਰਦੇ ਹੈਗੇ ਆਪਾਂ, ਡੈਂਟਲ ਦੀ ਨੂੰ ਬਾਅਦ 'ਚ ਆਉਂਦੇ, ਪਹਿਲਾਂ ਫਾਰਮਾ ਕੇਅਰ ਦੀ ਗੱਲ ਕੀਤੀ, ਉਹ ਅਸੀਂ ਆਲਰੇਡੀ ਉਹਦੇ 'ਤੇ ਅਫੋਰਡੇਬਲ ਹਾਊਸਿੰਗ ਦੀ ਗੱਲ ਕਰ ਲਵੋ, ਜਿਹੜੇ ਆਮ ਵਨਰੇਬਲ ਲੋਕ ਆ ਜਾਂ ਮਿਡਲ ਕਲਾਸ ਉਹਨੂੰ ਉੱਪਰ ਚੱਕਣ ਦੀ ਗੱਲ ਕਰ ਲਓ, ਬਹੁਤ ਸਾਰੀਆਂ ਗੱਲਾਂ 'ਚ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਹਾਂ। ਇੱਕ ਉਹਨਾਂ ਨੇ ਜਿਹੜਾ ਨਵਾਂ ਇੰਟਰੋਡਿਊਸ ਕੀਤਾ ਵੀ ਸਾਨੂੰ ਜਿਹੜਾ ਡੈਂਟਲ ਕੇਅਰ ਹੋਣਾ ਚਾਹੀਦਾ, ਜਿਹੜੀ ਉਹਦੇ ਵਿੱਚ ਵੀ ਜੇ ਦੇਖਿਆ ਜਾਵੇ, ਮੈਂ ਆਪ ਦੇਖਿਆ, ਹੁਣ ਅਸੀਂ ਵੀ ਫਾਰਚੂਨੇਟ ਕਿ ਸਾਡੀਆਂ ਕਵਰੇਜ ਹੈਗੀਆਂ, ਪਰ ਜਦੋਂ ਲੋਕਾਂ ਦੀ ਕਵਰੇਜ ਨਹੀਂ ਹੈਗੀ, ਮੈਨੂੰ ਕੱਲ੍ਹ ਪਰਸੋਂ ਮੈਂ ਉੱਥੇ ਗੱਲ ਕਰ ਰਿਹਾ ਸੀ ਪਾਰਲੀਮੈਂਟ 'ਚ, ਉਹ ਕਹਿੰਦੇ ਵੀ ਇੱਕ ਮੈਂਬਰ ਆਫ ਪਾਰਲੀਮੈਂਟ ਉਹਦੀ ਕਵਰੇਜ ਨਹੀਂ ਸੀ। ਉਹ ਕਹਿੰਦਾ ਜਦੋਂ ਮੈਨੂੰ ਡੈਂਟਿਸਟ 'ਤੇ ਜਾਣਾ ਪਿਆ ਨਾ, ਕਹਿੰਦਾ ਜਦੋਂ ਉਹਨਾਂ ਨੇ ਮੈਨੂੰ ਬਿੱਲ ਦਿੱਤਾ ਅਤੇ
ਮਤਲਬ ਬਿਲਕੁਲ ਬੜਾ ਔਖਾ ਕਈ ਸੀ। ਵਾਰ ਤਾਂ ਜਾਇਆ ਵੀ ਨਹੀਂ ਜਾਂਦਾ। ਹੁਣ ਅਸੀਂ ਸਾਰੇ ਪਰਸਨਲ ਤੌਰ ਤੇ ਦੇਖੀਏ ਜਿਨ੍ਹਾਂ ਦੀ ਨਹੀਂ ਕਵਰੇਜ ਹੈਗੀ, ਉਹ ਕਈ ਵਾਰ ਆਪਣੇ ਕਲੀਨਿੰਗ ਲਈ ਵੀ ਨਹੀਂ ਜਾਂਦੇ, ਉਹ ਆਪਣੇ ਛੇਤੀ ਤੋਂ ਛੇਤੀ ਡੈਂਟਿਸਟ ਕੋਲ ਜਾਂਦੇ ਹੀ ਨਹੀਂ, ਕਹਿੰਦੇ ਕਿ ਪੈਸੇ ਬਹੁਤ ਲੱਗਣਗੇ। ਸੋ ਸੱਚਮੁੱਚ ਇਹ ਮੁੱਦਾ ਜਿਹਦੇ ਉੱਤੇ ਗੱਲਬਾਤ ਕਰਨੀ ਬਣਦੀ ਹੈ। ਪਰ ਹੁਣ ਲਿਬਰਲ ਤਾਂ ਕਹਿੰਦੀ ਹੈ ਕਿ ਅਸੀਂ ਬਜਟ ਪਾਸ ਕਰਵਾਉਣੇ ਆ, ਅਸੀਂ ਜਿਹੜਾ ਹੈ ਉਹ ਇਕੋਨਮੀ ਨੂੰ ਅੱਗੇ ਚੱਲਦਾ ਕਰਨਾ, ਅਸੀਂ ਲੋਕਾਂ ਦੇ ਸਿਰ ਤੇ ਭਾਰ ਨਹੀਂ ਪਾਉਣਾ, ਅਸੀਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਕਰਨੀ ਹੈ, ਇਸੇ ਲਈ ਅਸੀਂ ਇਹ ਐਗਰੀਮੈਂਟ ਕੀਤਾ। ਉਧਰੋਂ ਕੰਜ਼ਰਵੇਟਿਵਸ ਦੀ ਗੱਲ ਕਰ ਲਈਏ, ਅਸੀਂ ਬਲਾਕ ਵਾਲਿਆਂ ਦੀ ਗੱਲ ਕਰ ਲਈਏ, ਪਰ ਉਹ ਜਿਹੜੇ ਨੇ ਕੁੱਲ ਮਿਲਾ ਕੇ ਕੰਜ਼ਰਵੇਟਿਵ ਵਾਲੇ ਤਾਂ ਇਹੀ ਕਹਿ ਰਹੇ ਨੇ ਕਿ ਇਹ ਸਿਰਫ ਤੇ ਸਿਰਫ ਪਾਵਰ ਵਿੱਚ ਰਹਿਣ ਦੇ ਲਈ ਹੀ ਇਹ ਐਗਰੀਮੈਂਟ ਕੀਤਾ ਗਿਆ। ਦੇਖੋ ਅਰਸ਼, ਅੱਗੇ ਵੀ ਪਾਵਰ ਦੀ ਇਹਦੇ ਵਿੱਚ ਗੱਲ ਨਹੀਂ। ਇਸ ਵੇਲੇ ਬਹੁਤ ਸਾਡੇ ਤੇ ਔਖਾ ਟਾਈਮ ਰਿਹਾ 2 ਸਾਲ ਨਹੀਂ, ਹੁਣ ਇਸ ਵੇਲੇ ਬਹੁਤ ਜ਼ਰੂਰੀ ਆ ਕਿ ਅਸੀਂ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਇੱਕ ਬੈਟਰ ਗਵਰਨਮੈਂਟ ਦਈਏ। ਅੱਜ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਕਿਉਂਕਿ ਕੈਨੇਡੀਅਨਸ ਇਸ ਵੇਲੇ ਇਹ ਨਹੀਂ ਦੇਖਣਾ ਚਾਹੁੰਦੇ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਜਿਹੜਾ ਵਾ ਉਹ ਇੱਟ ਖੜਕਾ ਕਰੀਏ। ਉਹ ਚਾਹੁੰਦੇ ਨੇ ਕਿ ਅਸੀਂ ਰਲ ਕੇ ਕੰਮ ਕਰੀਏ ਤਾਂ ਕਿ ਲੋਕਾਂ ਦੀ ਬਿਹਤਰਤਾ ਹੋਵੇ ਕੈਨੇਡੀਅਨ ਦੀ। ਔਰ ਉਹਦੇ ਵਿੱਚ ਇਕੱਲੇ NDP ਨਹੀਂ, ਜੇ ਬਲਾਕ ਜਾਂ ਕੰਜ਼ਰਵੇਟਿਵ ਜਾਂ ਗ੍ਰੀਨ ਉਹ ਵੀ ਕੰਮ ਕਰਨਾ ਚਾਹੁੰਦੇ ਆ, ਅਸੀਂ ਬੜੇ ਓਪਨ ਆਰਮਸ ਜਿਹੜਾ ਉਹਨੂੰ ਵੈਲਕਮ ਕਰਦੇ ਹੈਗੇ ਆ। ਇਹ ਬਿਲਕੁਲ ਦੇਖੋ ਕ੍ਰਿਟਿਕ ਆ। ਕੰਜ਼ਰਵੇਟਿਵ ਦਾ ਕੰਮ ਕੀ ਆ? ਉਹਨਾਂ ਨੇ ਤਾਂ ਜਿਹੜਾ ਉਹ ਕ੍ਰਿਟੀਸਾਈਜ਼ ਕਰਨਾ। ਇਹੀ ਕਾਰਨ ਹੈ ਕਿ ਲੋਕਾਂ ਨੇ ਉਹਨਾਂ ਨੂੰ ਫਤਵਾ ਨਹੀਂ ਦਿੱਤਾ ਪਿਛਲੇ ਇਲੈਕਸ਼ਨ ਦੇ ਵਿੱਚ। ਔਰ ਉਹ ਇਸ ਵੇਲੇ ਲੜ ਰਹੇ ਨੇ ਕਿ ਅਸੀਂ ਆਪਣਾ ਲੀਡਰ ਕਿਹੜਾ ਚੁਣਨਾ। ਠੀਕ ਹੈ, ਅਸੀਂ ਲੜਾਈ ਕਰ ਰਹੇ ਹਾਂ ਵੀ ਅਸੀਂ ਲੋਕਾਂ ਦੀ ਕੈਨੇਡੀਅਨ ਬਿਜ਼ਨਸ ਦੀ ਜਿਹੜੇ ਹਾਲਾਤ ਨੇ ਉਹਨੂੰ ਕਿਸ ਤਰੀਕੇ ਨਾਲ ਇੰਪਰੂਵ ਕਰ ਸਕਦੇ ਹਾਂ। ਸੋ ਫਰਕ ਬੜਾ ਮੇਜਰ ਆ। ਸਾਡਾ ਫੋਕਸ ਕੀ ਹੈਗਾ ਲਿਬਰਲਸ ਦਾ ਔਰ ਪ੍ਰਧਾਨ ਮੰਤਰੀ ਦਾ? ਕੈਨੇਡਾ ਦੇ ਲੋਕ, ਕੈਨੇਡਾ ਦੇ ਬਿਜ਼ਨਸ। ਕੰਜ਼ਰਵੇਟਿਵ ਦਾ ਕੀ ਫੋਕਸ ਹੈਗਾ? ਇੰਟਰਨਲ ਲੜਾਈ, ਇੰਟਰਨਲੀ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈਗੀ। ਹੁਣ ਚਲੋ ਅਗਲੇ ਬਜਟ ਦੇਖਣ ਨੂੰ ਮਿਲਣਾ ਹੈ, ਅੱਗੇ ਜਿਹੜਾ ਬਜਟ ਆਉਣਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਪੋਰਟ ਹੁੰਦੀ ਹੈ, ਅੱਗੇ ਕਿੰਨਾ ਕੁ ਚਿਰ ਹੋਰ ਬਜਟ ਦੇ ਵਿੱਚ NDP ਸਾਥ ਦਿੰਦੀ ਹੈ। ਪਰ ਹੁਣ ਨਾਲ ਕੈਨੇਡਾ ਵਾਸੀਆਂ ਦਾ, ਖਾਸ ਤੁਹਾਡੇ ਕੰਸਟੀਚੁਐਂਸੀ ਦੀ ਗੱਲ ਕਰ ਲਈਏ, ਪੂਰੇ ਕੈਨੇਡਾ ਦੀ ਗੱਲ ਕਰ ਲਈਏ, 30 ਸਾਲ ਦਾ ਰਿਕਾਰਡ ਟੁੱਟਿਆ ਜੀ। ਇਨਫਲੇਸ਼ਨ, ਮਹਿੰਗਾਈ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ। ਗਰੋਸਰੀ ਦੀਆਂ ਕੀਮਤਾਂ ਅਸੀਂ ਦੇਖ ਲਈਏ, ਅਸੀਂ ਘਰਾਂ ਦੀਆਂ ਕੀਮਤਾਂ ਦੇਖ ਲਈਏ, ਲਗਾਤਾਰ ਲੋਕ ਜਿਹੜੇ ਨੇ ਉਹਨਾਂ ਦੀਆਂ ਜਿਹੜੀ ਆਮਦਨ ਘੱਟ ਹੈ ਤੇ ਖਰਚੇ ਉਹਨਾਂ ਦੇ ਜ਼ਿਆਦਾ, ਸਪਲਾਈ ਜਿਹੜੀ ਉਹ ਘੱਟ ਹੈ ਤੇ ਡਿਮਾਂਡ ਜ਼ਿਆਦਾ। ਇਸੇ ਕਰਕੇ ਹੁਣ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਇਨਫਲੇਸ਼ਨ ਕੈਨੇਡਾ ਦੇ ਵਿੱਚ। ਉਧਰੋਂ ਤੇਲ ਤੇ ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ ਨੇ। ਸੋ ਕੁੱਲ ਮਿਲਾ ਕੇ ਪੂਰਾ ਭਾਰ ਲੋਕਾਂ ਦੇ ਸਿਰਾਂ ਦੇ ਉੱਤੇ ਪਿਆ। ਸਰਕਾਰ ਕੀ ਕੁਝ ਕਰ ਰਹੀ ਹੈ ਜੀ? ਬਿਲਕੁਲ, ਪਹਿਲੀ ਗੱਲ ਤਾਂ ਮੈਂ ਤੁਹਾਡੇ ਨਾਲ ਐਗਰੀ ਕਰਦਾ ਹੈਗਾ ਕਿ ਇਸ ਵੇਲੇ ਜਿਹੜੇ ਨੇ ਆਪਾਂ ਸਾਰੇ ਔਖੇ ਸਮੇਂ ਦੇ ਵਿੱਚੋਂ ਦੀ ਜਾ ਰਹੇ ਹਾਂ। ਕਿਉਂਕਿ ਪੈਂਡੈਮਿਕ ਕਰਕੇ ਪਹਿਲੀ ਗੱਲ ਤਾਂ ਸਪਲਾਈ ਨਹੀਂ ਸੀ। ਠੀਕ ਹੈ ਨਾ, ਆਮ ਚਿੱਟੀ ਸ਼ਰਟ ਪਾਈ, ਸ਼ਰਟਸ ਨਹੀਂ ਸੀ ਮਿਲਦੀਆਂ। ਆਈ ਐਮ ਗਿਵਿੰਗ ਯੂ ਐਨ ਐਗਜ਼ਾਮਪਲ। ਮਟੀਰੀਅਲ ਜਿਹੜੇ ਨੇ ਉਹ ਫਰੇਟ ਜਿਹੜਾ ਵਾ ਉਹ ਵੱਧ ਗਿਆ। ਸੋ ਇਸ ਵੇਲੇ ਲੋਕਾਂ ਦਾ ਜਿਹੜਾ ਹੈਗਾ ਜਨ ਜੀਵਨ ਜਿਹੜਾ ਉਹ ਅਫੈਕਟ ਹੋਇਆ। ਇਹੀ ਕਾਰਨ ਆ ਕਿ ਅੱਜ ਜਿਹੜਾ ਤੁਸੀਂ ਐਗਰੀਮੈਂਟ ਦੀ ਗੱਲ ਕੀਤੀ ਹੈਗੀ ਆ, ਉਹ ਐਗਰੀਮੈਂਟ ਇੱਥੇ ਹੀ ਹੈਲਪ ਕਰਨੀ। ਕਿਉਂ? ਇੱਕ ਤਾਂ ਜਿਹੜਾ ਸੀਗਾ, ਹੁਣ ਸਾਡਾ ਫੋਕਸ ਕੀ ਹੈਗਾ? ਇਹੀ ਫੋਕਸ ਆ ਵੀ ਅਸੀਂ ਕਿਸ ਤਰੀਕੇ ਨਾਲ ਇਨਫਲੇਸ਼ਨ ਜਿਹੜੀ ਹੈਗੀ ਆ ਇਹਨੂੰ ਕੰਟਰੋਲ ਕਰਨਾ। ਔਰ ਬੈਂਕ ਨੂੰ ਜਿਹੜੀਆਂ ਨੇ ਉਹ ਦਿੱਤੀਆਂ ਨੇ ਡਾਇਰੈਕਸ਼ਨ ਪ੍ਰਾਈਮ ਮਿਨਿਸਟਰ ਨੇ ਵੀ 2% ਦੇ ਉੱਤੇ ਜਿਹੜਾ ਇਨਫਲੇਸ਼ਨ ਨੂੰ ਲਿਆਓ। ਇਹੀ ਕਾਰਨ ਹੈ ਜੀ ਅੱਜ ਆਪਾਂ ਦੇਖਦੇ ਹਾਂ ਅਫੋਰਡੇਬਲ ਹਾਊਸਿੰਗ ਦੇ ਵਿੱਚ ਪੈਸੇ ਪਾਏ ਜਾ ਰਹੇ ਆ। ਚਾਈਲਡ ਕੇਅਰ ਦੀ ਗੱਲ ਕਰ ਲਈਏ, ਕੈਨੇਡਾ ਦੇ ਵਿੱਚ 9 ਸੂਬੇ ਅਤੇ 3 ਟੈਰੀਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ $10 ਏ ਡੇ ਕੇਅਰ ਜਿਹੜਾ ਲੈ ਕੇ ਆਉਣਾ। ਕਿਉਂ ਲਿਆਂਦਾ? ਕਿਉਂਕਿ ਅੱਜ ਜੇ ਅਸੀਂ ਬੱਚੇ ਜਿਹੜੇ ਨੇ ਸਾਡੇ ਉਹਨਾਂ ਨੂੰ ਅਸੀਂ ਪ੍ਰੋਪਰ ਪਰਵਰਿਸ਼ ਦੇ ਸਕਦੇ ਹਾਂ, ਇਨੀਸ਼ੀਅਲੀ ਜਿਹੜੀ ਅਰਲੀ ਚਾਈਲਡ ਕੇਅਰ ਅਤੇ ਲਰਨਿੰਗ ਦੇ ਸਕਦੇ ਹਾਂ, ਇਹ ਵੀ ਬਹੁਤ ਜ਼ਰੂਰੀ ਹੈਗੀ। ਸੋ ਟੈਕਸ ਘੱਟ ਕਰਨ ਦੀ ਗੱਲ ਕਰ ਲਈਏ, ਚਾਹੇ ਉਹ ਸਮਾਲ ਬਿਜ਼ਨਸ ਨੇ, ਚਾਹੇ ਉਹ ਜਿਹੜੇ ਆਰਡੀਨਰੀ ਮਿਡਲ ਕਲਾਸ ਫੈਮਲੀਜ਼ ਨੇ, ਉਹਨਾਂ ਦੇ ਟੈਕਸ ਘੱਟ ਕੀਤੇ। 1% ਜਿਹੜੇ ਟੌਪ ਰਹੀਸ ਬੰਦੇ ਆ ਉਹਨਾਂ 'ਤੇ ਉਹ ਲਾਏ ਗਏ। ਸੋ ਇਹ ਜਿਹੜਾ ਸਾਡਾ ਫੋਕਸ ਹੈ ਇਸ ਵੇਲੇ ਇਹੀ ਹੈਗਾ ਕਿ ਅਸੀਂ ਆਮ ਸਧਾਰਨ ਜਿਹੜਾ ਕੈਨੇਡੀਅਨ ਹੈਗਾ ਉਹਦੀ ਲਾਈਫ ਨੂੰ ਕਿਸ ਤਰੀਕੇ ਨਾਲ ਕੈਨ ਬੀ ਅ ਫੋਰਸ ਆਫ ਗੁੱਡ, ਉੱਥੇ ਸਾਡਾ ਫੋਕਸ ਜਿਹੜਾ ਇਸ ਵੇਲੇ। ਉੱਧਰ ਹੁਣ ਰਸ਼ੀਆ ਨਾਲ ਵਾਰ ਚੱਲ ਰਹੀ ਹੈ ਤੇ ਰਸ਼ੀਆ ਦੀ ਵਾਰ ਕਰਕੇ, ਯੂਕਰੇਨ ਦੀ ਵਾਰ ਕਰਕੇ ਤੇਲ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਵੱਧਦੀਆਂ ਤੇ ਕੈਨੇਡਾ ਦੇ ਵਿੱਚ ਵੀ ਲੋਕ ਪ੍ਰਭਾਵਿਤ ਨੇ। ਕੀ ਸਰਕਾਰਾਂ ਕਰ ਰਹੀਆਂ ਨੇ ਕਿ ਤੇਲ ਤੇ ਗੈਸ ਦੀਆਂ ਕੀਮਤਾਂ, ਕਿਉਂਕਿ ਟੈਕਸਿਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਪੈਸੇ ਜਿਹੜੇ ਨੂੰ ਟੈਕਸ ਚਲੇ ਜਾਂਦੇ ਆ। ਸਾਡੀ ਸੂਬੇ ਦੀ ਸਰਕਾਰ ਨੂੰ ਵੀ ਕਿਹਾ ਗਿਆ ਸੀ ਘਟਾਇਆ ਜਾਵੇ, ਹੁਣ ਉਹਨਾਂ ਨੇ ਰਿਬੇਟ ਤਾਂ ਲਗਾ ਦਿੱਤੀ ਹੈ, ਪਰ ਫੈਡਰਲ ਲੈਵਲ ਤੇ ਕੀ ਕੋਸ਼ਿਸ਼ਾਂ ਹੋ ਰਹੀਆਂ ਜੀ? ਦੇਖੋ, ਜਦੋਂ ਫੈਡਰਲ ਲੈਵਲ ਤੇ ਗੱਲ ਕਰਦੇ ਹੈਗੇ ਆਪਾਂ ਨਿਊ ਟੈਕਨੋਲੋਜੀ ਜਿਹੜੀਆਂ ਨੇ ਉਹਨੂੰ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਨੋਵੇਟਿਵ ਟੈਕਨੋਲੋਜੀ ਨਵੀਆਂ ਲਿਆ, ਗ੍ਰੀਨ ਐਨਰਜੀ ਕਿਸ ਤਰੀਕੇ ਨਾਲ ਪੈਦਾ ਕਰ ਸਕਦੇ ਹਾਂ, ਗ੍ਰੀਨ ਜੌਬਸ ਕਿਸ ਤਰੀਕੇ ਨਾਲ ਕ੍ਰੀਏਟ ਕਰ ਸਕਦੇ ਹਾਂ। ਕਿਉਂਕਿ ਇਹ ਜਿਹੜਾ ਰਸ਼ੀਆ ਦੇ ਨਾਲ ਜੰਗ ਲੱਗੀ ਆ ਉਹਦੇ ਕਰਕੇ ਜਿਹੜਾ ਹੈਗਾ ਉਹ ਪ੍ਰਭਾਵਿਤ ਤਾਂ ਹੋਇਆ ਹੀ ਹੋਇਆ ਵਾ ਇਹ, ਪਰ ਇਵੈਂਚੁਅਲੀ ਜਿਹੜਾ ਹੈਗਾ ਇਹਦਾ ਸਲਿਊਸ਼ਨ ਇੱਕੋ ਹੀ ਆ।
ਮੂਵਿੰਗ ਫਾਰਵਰਡ ਸਾਨੂੰ ਨਵੀਆਂ ਟੈਕਨੋਲੋਜੀ ਜਿਹੜੀਆਂ ਉਹ ਲੈ ਕੇ ਆਉਣੀਆਂ ਪੈਣੀਆਂ ਔਰ ਸਾਡਾ ਫੋਕਸ ਇਹੀ NDP ਦਾ। ਦੇਖੋ ਕਈ ਇਸ਼ੂ ਜਿਹੜੇ ਨੇ ਉਹ ਸਾਡੇ ਕਾਮਨ ਅਸੀਂ ਕਰਦੇ ਹਾਂ। ਹੁਣ ਇਸ ਵੇਲੇ ਜਦੋਂ ਆਪਾਂ ਗ੍ਰੀਨ ਇਕੋਨਮੀ ਦੀ ਗੱਲ ਕਰਦੇ ਹਾਂ, ਗ੍ਰੀਨ ਜੌਬਸ ਦੀ ਗੱਲ ਕਰਦੇ ਹਾਂ, NDP ਦਾ ਵੀ ਇਹ ਜਿਹੜਾ ਹੈਗਾ ਵਾ ਮਨੋਰਥ ਉਹਨਾਂ ਦਾ ਵੀ ਇਹੀ ਆ ਔਰ ਇੱਧਰੋਂ ਲਿਬਰਲ ਪਾਰਟੀ ਦਾ ਵੀ ਆ, ਠੀਕ ਹੈ ਨਾ। ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਦਾ ਫੋਕਸ ਬਿਲਕੁਲ ਡਿਫਰੈਂਟ ਆ। ਐਨਵਾਇਰਨਮੈਂਟ ਦੇ ਉੱਤੇ ਤਾਂ ਉਹਨਾਂ ਦੀ ਜਿਹੜੀ ਹੈਗੀ ਫਾਈਲ ਦੇ ਉੱਤੇ ਕੋਈ ਲੀਡਰਸ਼ਿਪ ਹੈ ਨਹੀਂ। ਇਨਫੈਕਟ ਪਿਛਲੇ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਗ੍ਰੀਨ ਪਾਰਟੀ ਨੇ ਵੀ ਕਿਹਾ ਸੀ ਵੀ ਜਦੋਂ ਐਨਵਾਇਰਨਮੈਂਟ ਦੀ ਗੱਲ ਆਉਂਦੀ, ਗ੍ਰੀਨ ਜੌਬਸ ਕ੍ਰੀਏਟ ਕਰਨ ਦੀ, ਗ੍ਰੀਨ ਇਕੋਨਮੀ ਕ੍ਰੀਏਟ ਕਰਨ ਦੀ ਗੱਲ ਆਉਂਦੀ ਆ ਤਾਂ ਜਿਹੜਾ ਪਲੈਟਫਾਰਮ ਹੈਗਾ ਉਹ ਲਿਬਰਲ ਪਾਰਟੀ ਜਿਹੜੀ ਆ ਉਹਦਾ ਬੈਸਟ ਹੈਗਾ। ਸੋ ਇਨਫੈਕਟ ਇਹ ਜਿਹੜਾ ਹੈਗਾ ਇੱਥੇ ਅਸੀਂ NDP ਦੇ ਨਾਲ ਰਲ ਕੇ, ਚਾਹੇ ਉਹ ਬਲਾਕ ਆਲਸੋ ਸਟਰੋਂਗ ਔਨ ਐਨਵਾਇਰਨਮੈਂਟ, ਸੋ ਅਸੀਂ ਕੰਮ ਕਰ ਰਹੇ ਹਾਂ। ਬਿਲਕੁਲ। ਤੇ ਕਾਰਬਨ ਦੇ ਜਿਹੜੇ ਟੈਕਸ ਹੈਗੇ ਉਹਦੀਆਂ ਵੀ ਵਧਾਇਆ ਜਾ ਰਿਹਾ, 1 ਅਪ੍ਰੈਲ ਤੋਂ ਵਧਾਇਆ ਜਾ ਰਿਹਾ, ਉਹਦੇ ਤੇ ਕੀ ਕਹੋਗੇ ਜੀ? ਦੇਖੋ ਕਾਰਬਨ ਟੈਕਸ BC ਦੇ ਵਿੱਚ ਇਹਦਾ ਕੋਈ ਫਰਕ ਨਹੀਂ ਪੈਣਾ ਕਿਉਂਕਿ BC ਦੇ ਵਿੱਚ ਜਿਹੜਾ ਆਪਾਂ ਜਿਹਨੂੰ ਕਹਿੰਦੇ ਆ ਪੋਲਿਊਸ਼ਨ ਦੇ ਉੱਤੇ ਜਿਹੜਾ ਪੇ ਕਰਨਾ, ਠੀਕ ਹੈ ਨਾ। ਜਿਹੜਾ ਪੋਲਿਊਸ਼ਨ ਕ੍ਰੀਏਟ ਕਰਦੇ ਆ ਉਹਨਾਂ ਨੂੰ ਪੈਸੇ ਲਾਉਣੇ ਔਰ ਜਿਹੜੇ ਬਚਾਉਣ ਦੀ ਕਰਦੇ ਆ ਐਨਵਾਇਰਨਮੈਂਟ ਉਹਨਾਂ ਨੂੰ ਉਹ ਦੇਣੇ। ਇਹ BC ਦੇ ਵਿੱਚ ਤਾਂ ਆਲਰੇਡੀ ਇਹ ਲੱਗਿਆ ਸੀ। ਕੁਝ ਸੂਬੇ ਹੈਗੇ ਸੀ ਜਿਨ੍ਹਾਂ ਦੇ ਵਿੱਚ ਨਹੀਂ ਸੀ, ਉੱਥੇ ਜਿਹੜਾ ਹੈਗਾ ਪ੍ਰਾਈਸ ਔਨ ਪੋਲਿਊਸ਼ਨ ਜਿਹੜੀ ਹੈਗੀ ਆ, ਤੁਸੀਂ ਉਹਨੂੰ ਕਾਰਬਨ ਟੈਕਸ ਕਹਿੰਦੇ ਹੋ, ਮੈਂ ਉਹਨੂੰ ਕਹਿੰਦਾ ਵੀ ਪ੍ਰਾਈਸ ਔਨ ਪੋਲਿਊਸ਼ਨ। ਕਿਉਂਕਿ ਅੱਜ ਜਿਹੜੇ ਬੱਚੇ ਵੀ ਆ, ਮੈਂ ਆਪਣੇ ਬੇਟੇ ਨਾਲ ਇੱਕ ਦਿਨ ਜਾ ਰਿਹਾ ਸੀ, ਉਹ ਮੇਰੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਵੀ ਡੈਡ ਤੁਹਾਡਾ ਜਨਰੇਸ਼ਨ ਆ ਜਿਹਨੇ ਐਨਵਾਇਰਨਮੈਂਟ ਨੂੰ ਮੈਸਅਪ ਕੀਤਾ, ਸਾਡਾ ਜਿਹੜਾ ਹੈਗਾ ਜਨਰੇਸ਼ਨ, ਯੰਗ ਜਨਰੇਸ਼ਨ ਜਿਹੜੀ ਆ, ਅਸੀਂ ਚਾਹੁੰਦੇ ਹਾਂ ਕਿ ਐਨਵਾਇਰਨਮੈਂਟ ਨਾਲ। ਸੋ ਇਹੀ ਜਿਹੜਾ ਕਾਰਨ ਹੈਗਾ ਕਿ ਅੱਜ ਫੋਕਸ ਬਿਲਕੁਲ ਜੀ। ਇਹ এনवायरमेंट ਜਿਹੜਾ ਸਾਨੂੰ ਪਿੱਛੋਂ ਮਿਲਿਆ ਹੈ ਤੇ ਵਿਰਾਸਤ ਹੈ, ਅਸੀਂ ਐ ਨਹੀਂ ਕਹਿ ਸਕਦੇ ਉਧਾਰ ਲਿਆ ਸੀ ਉਹਨਾਂ ਤੋਂ ਤੇ ਅੱਗੇ ਅਸੀਂ ਦੂਜੇ ਬੱਚਿਆਂ ਨੂੰ ਦੇਣਾ, ਤੇ ਉਹ ਜਿਹੜੇ ਬੱਚੇ ਨੇ ਉਹ ਵੀ ਕਹਿਣਗੇ ਕਿ ਸਾਡੇ ਪੇਰੈਂਟਸ ਨੇ ਸਾਨੂੰ এনवायरमेंट ਇਦਾਂ ਦਿੱਤਾ। ਸੋ এনवायरमेंट ਨੂੰ ਬਚਾਉਣ ਦੀ ਲੋੜ ਹੈ। ਇੱਥੇ ਵੀ BC ਦੇ ਵਿੱਚ ਵੀ 50% 50 ਲੀਟਰ ਦੇ ਪਿੱਛੇ ਪੈਣਾ 1 ਅਪ੍ਰੈਲ ਤੋਂ, ਪਰ ਬਹੁਤਾ ਨਹੀਂ ਫਰਕ ਪੈਣਾ। ਪਰ BC ਦੇ ਵਿੱਚ ਆਲਰੇਡੀ ਹੋਇਆ ਜੀ, ਆਲਰੇਡੀ ਹੋਇਆ ਕਿਉਂਕਿ ਬਹੁਤ ਦੇਰ ਪਹਿਲਾਂ ਜਦੋਂ ਇੱਥੇ ਪ੍ਰੀਮੀਅਰ ਗੋਰਡਨ ਕੈਂਪਬਲ ਸੀਗੇ ਕਈ ਸਾਲ ਪਹਿਲਾਂ, ਉਹ ਜਿਹੜਾ ਸੀ ਪ੍ਰਾਈਸ ਔਨ ਪੋਲਿਊਸ਼ਨ ਜਿਹੜੀ ਸੀ ਉਹ ਇੰਟਰੋਡਿਊਸ ਕਰ ਗਏ ਸੀ, ਕਾਰਬਨ ਟੈਕਸ ਜਿਹਨੂੰ ਤੁਸੀਂ ਕਹਿੰਦੇ ਹੋ। ਉਹ BC ਦੇ ਦਾ ਕੋਈ ਅਸਰ ਨਹੀਂ, ਪਰ ਇਹ ਸਿਰਫ ਕੀ ਕਰ ਰਹੇ ਨੇ, ਇੱਕ ਕੰਜ਼ਰਵੇਟਿਵ ਨੂੰ ਇੱਕ ਮੁੱਦਾ ਲੱਭਿਆ ਹੈ, ਠੀਕ ਹੈ ਨਾ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀਆਂ ਬਿਗ ਆਇਲ ਕੰਪਨੀਜ਼ ਨੂੰ ਮਦਦ ਕਰਨੀ ਆ ਤੇ ਇੱਕ ਇਸ਼ੂ ਲੱਭ ਕੇ ਜਿਹੜਾ ਹੈਗਾ ਲੋਕਾਂ ਦੀ ਕਿਸ ਤਰੀਕੇ ਨਾਲ ਜਿਹੜੀ ਹੈ ਪੋਲੀਟੀਕਲੀ ਵੋਟ ਗ੍ਰੈਬ ਕਰਨ ਦੀ ਕੋਸ਼ਿਸ਼ ਕਰਨਾ। ਤੇ ਵੋਟ ਦੀ ਗ੍ਰੈਬ ਤੋਂ ਗੱਲ ਯਾਦ ਆਈ ਮੈਨੂੰ ਕਿ ਹੁਣ ਸਰੀ ਦੇ ਵਿੱਚ ਵੀ ਵੋਟਾਂ ਨੇ, ਮੇਅਰ ਦੇ ਇਲੈਕਸ਼ਨ ਨੇ, ਸਰੀ ਦੇ ਵਿੱਚ ਵੀ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਬਣਦਾ। ਹੁਣ ਮੇਅਰ ਨੂੰ ਲੈ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਕ ਅਜਿਹਾ ਕੈਂਡੀਡੇਟ ਹੋਣਾ ਚਾਹੀਦਾ ਜਿਹੜਾ ਸਰੀ ਦੇ ਲਈ ਕੰਮ ਕਰੇ, ਤੇ ਹੁਣ ਖਬਰਾਂ ਦੇ ਵਿੱਚ ਪਿੱਛੇ ਆਇਆ ਸੀਗਾ ਕਿ ਤੁਸੀਂ ਸ਼ਾਇਦ ਰਨ ਕਰ ਰਹੇ ਹੋ। ਕੀ ਅਜੇ ਫੈਸਲਾ ਲਿਆ ਜਾਂ ਅਜੇ ਵੀ ਵਿਚਾਰ ਚੱਲ ਰਿਹਾ? ਦੇਖੋ ਐਵਰੀਡੇ ਮੈਨੂੰ ਕਾਲਸ ਆ ਰਹੀਆਂ, ਐਵਰੀਡੇ ਲੋਕ ਮੈਨੂੰ ਮਿਲ ਰਹੇ ਆ, ਉਹ ਇਹ ਕਹਿ ਰਹੇ ਆ ਵੀ ਸੁੱਖ ਇਸ ਵੇਲੇ ਜਿਹੜੀ ਹੈਗੀ ਕਲੀਨ ਅਪ ਦੀ ਲੋੜ ਹੈਗੀ ਸਿਟੀ ਦੇ ਵਿੱਚ। ਬਹੁਤ ਵੱਡੀ ਜਿਹੜੀ ਇਸ ਵੇਲੇ ਇਸ਼ੂ ਜਿਹੜੇ ਨੇ ਸਿਟੀ ਦੇ ਵਿੱਚ ਕਲੀਨ ਅਪ ਕਰਨ ਵਾਲੇ ਹੈਗੇ ਕਿ ਦੇਖੋ ਵਾਈਬਰੈਂਟ ਸਾਡੀ ਸਿਟੀ ਹੈਗੀ ਸਰੀ, ਇੱਕ ਦਿਨ ਸਾਰਿਆਂ ਨਾਲੋਂ ਵੱਡੀ ਮਿਊਨਿਸਪੈਲਿਟੀ ਕੈਨੇਡਾ ਦੇ ਵਿੱਚ ਸਰੀ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਣ ਜਾ ਰਹੀ ਆ। ਅਸੀਂ ਲੋਕ ਚਾਹੁੰਦੇ ਨੇ ਕਿ ਵੀ ਸਾਡੀ ਜਿਹੜੀ ਸਿਟੀ ਦੀ ਦੇਖਾ ਉਹ ਚੇਂਜ ਹੋਵੇ, ਇਹ ਨਾ ਹੋਵੇ ਕਿ ਅਸੀਂ ਆਪਸੀ ਲੜਾਈ ਦੇ ਵਿੱਚ ਹੀ ਲੱਗੇ ਰਹੀਏ। ਔਰ ਦੂਸਰਾ ਇਹ ਆ ਵੀ ਮਾਈ ਵੇ ਔਰ ਦੀ ਹਾਈਵੇ ਅਪਰੋਚ, ਵੀ ਇਹ ਟੀਮ ਐਫਰਟ ਚਾਹੀਦੀ ਆ। ਉਹਦੇ ਵਿੱਚ ਲੋਕਾਂ ਨੇ ਮੈਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਟੈਲੀਫੋਨ ਕਾਲਸ ਵੀ ਆ ਰਹੀਆਂ, ਮਿਲਦੇ ਵੀ ਨੇ ਵੀ ਸੁੱਖ ਤੂੰ ਜਿਹੜਾ ਹੈਗਾ ਲੋਕਾਂ ਦੀ ਐਕਸੈਸਿਬਿਲਿਟੀ ਤੇਰੀ ਹੈਗੀ ਆ, ਤੂੰ ਇਸ਼ੂਜ਼ ਅੰਡਰਸਟੈਂਡ ਕਰਦਾ। ਕਿਉਂਕਿ ਮੇਰੇ ਲਈ ਤਾਂ ਮੈਂ ਇੱਥੇ ਹੀ ਮੇਰੇ ਬੱਚੇ ਵੱਡੇ ਹੋਏ ਆ, ਇੱਥੇ ਹੀ ਮੇਰੇ ਪੇਰੈਂਟਸ ਰਹੇ ਆ, ਇੱਥੇ ਹੀ ਮੇਰਾ ਸਮਾਲ ਬਿਜ਼ਨਸ ਜਿਹੜਾ ਹੈਗਾ ਬਲਾਕਸਟਾਊਨ ਹੈਗਾ, ਇੱਥੇ ਹੀ ਮੈਨੂੰ ਲੋਕਾਂ ਨੇ ਇੱਕ ਪ੍ਰਿਵਿਲੇਜ ਦਿੱਤੀ ਹੈ, ਇੱਕ ਐਡਾ ਮਾਣ ਦਿੱਤਾ ਕਿ 5 ਵਾਰ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜਿਆ। ਅਤੇ ਅੱਜ ਮੈਨੂੰ ਬਹੁਤ ਸੀਰੀਅਸਲੀ ਇਸ ਇਸ਼ੂ ਨੂੰ ਜਿਹੜਾ ਹੈਗਾ ਉਹ ਨੇੜੇ ਲੈ ਕੇ ਜਾਣ ਵਾਲਾ, ਜਿਹਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜਲਦੀ ਕਰ ਲਿਆ ਜਾਊ ਔਰ ਲੋਕਾਂ ਥਾਈਂ ਜਿਹੜਾ ਹੈਗਾ ਉਹਨੂੰ ਅਸੀਂ ਪਬਲਿਕ ਉਹ ਕਰ ਦਾਂਗੇ। ਪਰ ਮੇਰਾ ਦਿਲ ਜਿਹੜਾ ਹੈਗਾ ਇਸ ਵੇਲੇ ਉਹ ਬਿਲਕੁਲ ਜਿਸ ਤੁਸੀਂ ਕਿਹਾ ਹੈਗਾ ਉਹ ਸਿਟੀ ਅਫਸਰੀ ਸਰੀ ਦੇ ਵਿੱਚ ਹੈਗਾ। ਕਿਉਂਕਿ ਮੈਂ ਅੱਜ ਐਜ਼ ਏ ਮੈਂਬਰ ਆਫ ਪਾਰਲੀਮੈਂਟ ਵੀ ਤੁਸੀਂ ਵੇਖਿਆ ਹੀ ਹੋਣਾ ਆਉਣ ਤੋਂ ਕਿਵੇਂ ਲਾਈਨ ਅਪ ਲੱਗੀ, ਕਿਉਂਕਿ ਮੇਰਾ ਕੰਮ ਹੈਗਾ ਲੋਕਾਂ ਨੂੰ ਸਰਵ ਕਰਨਾ। ਉਹਨਾਂ ਨੇ ਮੈਨੂੰ ਅੱਜ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜਿਆ, ਮੈਂ ਦਿਆਨਤਦਾਰੀ ਦੇ ਨਾਲ ਜਿਹੜਾ ਲੋਕਾਂ ਦੀ ਜਿਹੜੀ ਆ ਉਹ ਸੇਵਾ ਕੀਤੀ। ਇਹੀ ਕਾਰਨ ਆ ਕਿ ਜੇ ਤੁਸੀਂ ਪਿਛਲੇ ਇਲੈਕਸ਼ਨ ਦੇਖੋ ਤਾਂ ਹਾਈਐਸਟ ਪਰਸੈਂਟਾਈਲ ਲਿਬਰਲ ਦੇ ਵਿੱਚ ਵੋਟ ਜੇ ਵੈਸਟਰਨ ਕੈਨੇਡਾ 'ਚ ਪਈ ਉਹ ਸਾਰੀ ਨਿਊਟਨ 'ਚ ਪਈ। ਸੋ ਇਹਦਾ ਮਤਲਬ ਜਿਹੜੇ ਵੋਟਰ ਨੇ ਉਹ
ਉਹਨਾਂ ਨੇ ਮੇਰੇ 'ਚ ਕੌਨਫੀਡੈਂਸ ਟਾਈਮ ਐਂਡ ਟਾਈਮ ਅਗੇਨ ਉਹ ਪਾਉਂਦੇ, ਜਦੋਂ ਉਹ ਟਰਸਟ ਮੇਰੇ 'ਚ ਪਾ ਰਹੇ ਆ, ਮੈਂ ਉਹਨਾਂ ਦਾ ਟਰਸਟ ਅਰਨ ਕਰਨ ਲਈ ਐਵਰੀ ਡੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਤਾਂ ਨੇ ਉਹਦਾ ਹੱਲ। ਸੋ ਇਸੇ ਤਰ੍ਹਾਂ ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਸਿਟੀ ਆਫ ਸਰੀ ਦਾ ਜੇ ਡਿਸੀਜਨ ਬਣਦਾ ਤਾਂ ਇਹੀ ਮਨੋਟ ਤੋਂ ਉੱਥੇ ਹੋਏਗਾ। ਜੀ ਬਿਲਕੁਲ ਜੀ, ਕਿਉਂਕਿ ਇਹ ਬਹੁਤ ਹਾਰਡ ਡਿਸੀਜਨ ਹੈ, ਟਫ ਡਿਸੀਜਨ ਹੈ ਐਮਪੀ ਤੋਂ ਮੇਅਰ ਦੀ ਤੇ ਸੀਟ ਤੇ ਆਉਣਾ, ਪਰ ਸਰੀ ਦੇ ਲਈ, ਸਰੀ 'ਚ ਸੱਚਮੁੱਚ ਕੰਮ ਕਰਨ ਵਾਲੇ ਨੇ। ਪਰ ਇਕੱਲਾ ਮੇਅਰ ਨਹੀਂ, ਮੇਅਰ ਦੇ ਨਾਲ ਉਹਦੀ ਟੀਮ ਵੀ ਹੁੰਦੀ ਹੈ, ਸਲੇਟ ਵੀ ਹੁੰਦੀ ਹੈ। ਹੁਣ ਉਹ ਸਲੇਟ ਕਿਸ ਤਰ੍ਹਾਂ, ਜੇ ਤੁਸੀਂ ਆਉਂਦੇ ਆ ਤਾਂ ਕਿਸ ਤਰ੍ਹਾਂ ਚੁਣੀ ਜਾਣੀ ਹੈ, ਜਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਕੰਮ ਕੀਤਾ ਜਾਣਾ ਹੈ, ਮੈਂਡੇਟ ਕਿਸ ਤਰ੍ਹਾਂ ਦਾ ਹੋਏਗਾ, ਉਹ ਹਜੇ ਆਉਣ ਵਾਲੀਆਂ ਸਮੇਂ ਤੇ ਪਤਾ ਲੱਗੇਗਾ। ਪਰ ਫਿਰ ਵੀ ਇੱਕ ਵਿਜ਼ਨ ਹੁੰਦਾ ਕਿ ਸਿਟੀ ਦੇ ਲਈ ਕਿਸ ਤਰ੍ਹਾਂ ਦਾ ਵਿਜ਼ਨ ਚਾਹੁੰਦੇ ਆ ਤੁਸੀਂ? ਦੇਖੋ, ਵਿਜ਼ਨ ਤਾਂ ਇੱਕੋ ਹੀ ਹੈਗਾ। ਅੱਜ ਇਹ ਵਾਈਬਰੈਂਟ ਸਾਡੀ ਸਿਟੀ ਹੈਗੀ, ਸਾਡੀ ਸਿਟੀ ਇਕੱਲੀ ਬੈਡਰੂਮ ਕਮਿਊਨਿਟੀ ਨਹੀਂ ਚਾਹੀਦੀ। ਅੱਜ ਇੱਥੇ ਜਿਹੜਾ ਹੈਗਾ ਇਹ ਸਾਡਾ ਲੋਕਾਂ ਨੂੰ, ਵੱਡੀਆਂ ਕੰਪਨੀਜ਼ ਇੱਥੇ ਆਉਣ, ਅਪਰਚੂਨਿਟੀ ਸਾਡੇ ਯੰਗ ਬੱਚਿਆਂ ਲਈ ਜਿਹੜੀਆਂ ਉਹ ਕ੍ਰੀਏਟ ਹੋਣ। ਇਨਫਰਾਸਟਰਕਚਰ ਇਸ ਵੇਲੇ ਥਾਂ ਥਾਂ 'ਤੇ ਟੋਏ ਜਿਹੜੇ ਆ ਉਹ ਪਏ ਸੜਕਾਂ 'ਚ। ਤੁਸੀਂ ਜਾਓ, ਇੱਥੇ ਲੋਕ ਮੇਰੇ ਕੋਲ ਗੱਡੀਆਂ ਲਿਆ ਖੜੀਆਂ ਕਰ ਰਹੇ ਆ ਵੀ ਮੇਰੇ ਟਾਇਰ ਪੈਂਚਰ ਹੋ ਗਏ, ਔਰ ਲੋਕਾਂ ਨੂੰ ਪਰਮਿਟ ਨਹੀਂ ਮਿਲ ਰਿਹਾ ਇਸ ਵੇਲੇ ਸਿਟੀ ਦੇ ਵਿੱਚ ਜਿਹੜਾ ਹੈਗਾ। ਮਤਲਬ ਇੱਕ ਇਸ਼ੂ ਨਹੀਂ, there are hundreds of ਇਸ਼ੂ ਜਿਹੜੇ ਸਾਹਮਣੇ ਆ ਰਹੇ, ਜਦੋਂ ਮੈਂ ਐਵਰੀਡੇ ਦੇਖ ਰਿਹਾ ਹੈਗਾ। ਔਰ ਟੀਮ ਦੀ ਤੁਸੀਂ ਗੱਲ ਕੀਤੀ, ਕਿਉਂਕਿ ਟੀਮ ਤੋਂ ਬਿਨਾਂ ਕਦੇ ਗੁਜ਼ਾਰਾ ਨਹੀਂ। ਤੁਸੀਂ ਮੇਰਾ ਅੱਗੇ ਵੀ ਮੋਟਿਵ ਦੇਖਿਆ ਹੋਣਾ, ਕਦੇ ਵੀ ਮੈਂ ਹਮੇਸ਼ਾ ਇਹ ਨਹੀਂ ਲਿਖਦਾ ਵੀ ਸੁਖ ਧਾਲੀਵਾਲ ਨੇ ਇੱਦਾਂ ਕੀਤਾ, ਹਮੇਸ਼ਾ ਕਹਿੰਦਾ ਟੀਮ ਸੁਖ ਧਾਲੀਵਾਲ। ਤੁਸੀਂ ਦੇਖਿਆ ਹੋਵੇਗਾ ਉਹੀ ਜਿਹੜਾ ਹੈਗਾ ਟੀਮ ਸੁਖ ਧਾਲੀਵਾਲ ਜਿਹੜੀ ਹੈਗੀ ਆ, ਇਸ ਕੌਨਸੈਪਟ ਨੂੰ ਲੈ ਕੇ ਜਿਹੜਾ ਹੈਗਾ ਜੇ ਡਿਸੀਜਨ ਬਣਾਉਣੇ ਹੈਗੇ ਆ ਅਤੇ ਅੱਗੇ ਜਾਵਾਂਗੇ। ਔਰ ਚਾਹੀਦਾ ਵੀ ਹੈ, ਕਿਉਂਕਿ ਜੇ ਰਨ ਕਰਨਾ ਹੈਗਾ ਅਤੇ ਮੈਂ ਕਿਸੇ ਲਈ ਵੀ ਇਕੱਲੇ ਮੇਰੇ ਲਈ ਨਹੀਂ, ਇੱਕ ਜਿਹੜੀ ਜਿਹਨੂੰ ਕਹਿੰਦੇ ਟੀਮ ਜਿਹੜੀ ਹੋਣੀ ਚਾਹੀਦੀ ਆ, ਉਹ ਬੜੀ ਡਾਈਵਰਸ ਟੀਮ ਹੋਣੀ ਚਾਹੀਦੀ ਆ, ਡਾਇਨਾਮਿਕ ਟੀਮ ਹੋਣੀ ਚਾਹੀਦੀ ਆ, ਐਕਸਪੀਰੀਅੰਸ ਟੀਮ ਹੋਣੀ ਚਾਹੀਦੀ, ਤਾਂ ਕਿ ਅੱਜ ਜਿਹੜੀ ਸਿਟੀ ਨੂੰ ਲੋੜ ਆ ਉਹ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਪ੍ਰੋਵਾਈਡ ਕਰ ਸਕਣ। ਬਿਲਕੁਲ ਜੀ। ਸੋ ਲੁਕਿੰਗ ਫਾਰਵਰਡ ਟੂ ਇਟ ਕਿ ਤੁਸੀਂ ਮੇਅਰ ਦੇ ਵਾਸਤੇ ਜਾਂਦੇ ਆ, ਮੇਅਰ ਲਈ ਜਿੱਤਦੇ ਆ, ਸਿਟੀ ਦੇ ਲਈ ਰਹਿੰਦੇ ਆ, ਜਾਂ ਐਮਪੀ ਐਜ਼ ਐਮਪੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ, ਫੈਡਰਲ ਲੈਵਲ ਦੀ ਇਨਫੋਰਮੇਸ਼ਨ ਲੈਂਦੇ ਆ। ਅੱਜ ਦੀ ਇਨਫੋਰਮੇਸ਼ਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਅਰਸ਼ਦੀਪ ਤੁਹਾਡਾ ਵੀ, ਕਿਉਂਕਿ ਯੂ ਆਲਵੇਜ਼ ਡੂ ਗ੍ਰੇਟ ਵਰਕ ਐਜ਼ ਏ ਮੀਡੀਆ। ਮੈਂ ਅੱਗੇ ਤੁਹਾਨੂੰ ਪਹਿਲਾਂ ਆਫ ਦੀ ਰੈਕਡ ਗੱਲ ਕਰਕੇ ਹਟਿਆ ਵੀ ਮੀਡੀਆ ਜਿਹੜਾ ਨਾ ਉਹਦਾ ਰੋਲ ਹੁੰਦਾ ਕੰਸਟਰਕਟਿਵ ਰੋਲ ਅਦਾ ਕਰਨਾ, ਲੋਕਾਂ ਤਾਈਂ ਪਹੁੰਚਣਾ, ਇਹਨੂੰ ਕਹਿੰਦੇ ਨੇ। ਕਿਉਂਕਿ ਜਿਹੜੀਆਂ ਮੋਰਲ ਵੈਲਿਊਜ਼ ਨੇ ਨਾ, ਮਤਲਬ ਇਹ ਬਹੁਤ ਜ਼ਰੂਰੀ ਨੇ। ਔਰ ਤੁਸੀਂ ਜਿਹੜਾ ਮੀਡੀਆ ਦੇ ਵਿੱਚ ਰੋਲ ਅਦਾ ਕਰਦੇ ਹੋ, ਇਟਸ ਆਲਵੇਜ਼ ਏ ਪ੍ਰਾਈਡ ਸਾਡੇ ਲਈ ਵੀ। ਔਰ ਕੰਸਟਰਕਟਿਵਲੀ ਲੋਕਾਂ ਤਾਈਂ ਇਨਫੋਰਮੇਸ਼ਨ ਪਹੁੰਚਾਉਂਦੇ ਹੋ। ਮੈਂ ਤੁਹਾਡਾ ਪਰਸਨਲ ਤੌਰ 'ਤੇ ਔਰ ਸਾਂਝਾ TV ਦੀ ਸਮੂਹ ਟੀਮ ਦਾ, ਤੁਹਾਡੀ ਦਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਤਾਈਂ ਪੈਂਡੈਮਿਕ ਦੇ ਦੌਰਾਨ ਵੀ ਔਰ ਹੋਰ ਜਿਹੜਾ ਸਮਾਂ ਉਹਦੇ ਵਿੱਚ ਵੀ ਤੁਸੀਂ ਟਾਈਮਲੀ ਇਨਫੋਰਮੇਸ਼ਨ ਲੈ ਕੇ ਜਾਂਦੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਫਿਰ ਤੁਹਾਡੇ ਸਾਰੇ ਦਰਸ਼ਕਾਂ ਦਾ ਵੀ, ਕਿਉਂਕਿ ਦਰਸ਼ਕ ਜਿਹੜੇ ਨੇ ਇਹ ਰੱਬ ਸਮਾਨ ਹੁੰਦੇ ਨੇ, ਅਤੇ ਇਹਨਾਂ ਨੇ ਬੜਾ ਪਿਛਲੇ 2 ਸਾਲਾਂ 'ਚ ਸਰਕਾਰ ਦਾ ਸਾਥ ਦਿੱਤਾ, ਮੈਡੀਕਲ ਅਥਾਰਟੀ ਦਾ ਸਾਥ ਦਿੱਤਾ, ਤਾਂ ਅਸੀਂ ਇਸ ਕੋਵਿਡ ਦੀ ਸਿਚੁਏਸ਼ਨ 'ਚੋਂ ਨਿਕਲ ਸਕੇ। ਜੀ ਬਿਲਕੁਲ ਜੀ, ਧੰਨਵਾਦ ਜੀ। ਮਿਹਰਬਾਨੀ, ਚੜ੍ਹਦੀ ਕਲਾ 'ਚ। ਸੋ ਅੱਜ ਗੱਲਬਾਤ ਹੋਈ ਐਮਪੀ ਸੁਖ ਧਾਲੀਵਾਲ ਦੇ ਨਾਲ, ਜਿਨ੍ਹਾਂ ਨੇ ਕਿਹਾ ਕਿ ਐਜ਼ ਅ ਮੇਅਰ ਹੋ ਸਕਦਾ ਉਹ ਰਨ ਕਰਨ, ਹੋ ਸਕਦਾ ਵਿਚਾਰ ਕੀਤਾ ਜਾ ਰਿਹਾ ਆਉਣ ਵਾਲੇ ਸਮਾਂ ਦੇ ਵਿੱਚ ਇਹ ਅਨਾਉਂਸਮੈਂਟ ਜਲਦੀ ਕੀਤੀ ਜਾ ਸਕਦੀ ਹੈ, ਤੇ ਨਾਲ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਉਣ ਦੇ ਲਈ ਕੰਮ ਕੀਤੇ ਜਾ ਰਹੇ ਨੇ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।